ਅੱਜ ਅਸੀਂ ਮੁਲਾਕਾਤ ਕਰਾਂਗੇ ਚੰਡੀਗੜ੍ਹ ਦੀ ਇੱਕ ਮਸ਼ਹੂਰ ਹਸਤੀ, ਇੱਕ ਸੋਸ਼ਲ ਵਰਕਰ, ਇੱਕ ਲੀਡਰ ਜੋ ਕਿ ਚੰਡੀਗੜ੍ਹ ਦੇ ਬਹੁਤ ਹੀ ਪੁਰਾਣੇ ਵਸਿੰਦੇ ਹਨ। ਆਲਮੋਸਟ ਬਚਪਨ ਹੀ ਇਹਨਾਂ ਦਾ ਇੱਥੇ ਬੀਤਿਆ ਹੈ। 50 ਸਾਲਾਂ ਤੋਂ ਕੋਈ ਇਹ ਚੰਡੀਗੜ੍ਹ 'ਚ ਰਹਿ ਰਹੇ ਨੇ, ਜਿਨ੍ਹਾਂ ਦਾ ਨਾਮ ਹੈ ਜਗਜੀਤ ਸਿੰਘ ਗੋਰਾ ਕੰਗ। ਗੋਰਾ ਕੰਗ ਜੀ ਨਾਲ ਅਸੀਂ ਅੱਜ ਡਿਸਕਸ਼ਨ ਕਰਾਂਗੇ ਜੋ ਇਸ ਟਾਈਮ ਪੂਰੇ ਭਾਰਤ ਵਿੱਚ ਇੱਕ ਬਹੁਤ ਹੀ ਸੀਰੀਅਸ ਇਸ਼ੂ ਜਿਹੜਾ ਚੱਲ ਰਿਹਾ ਹੈ, ਕਿਸਾਨੀ ਦਾ ਮਸਲਾ। ਜਿਹੜੀ ਭਾਜਪਾ ਦੀ ਬੀਜੇਪੀ ਸਰਕਾਰ ਇਹ 3 ਕਾਨੂੰਨ ਲੈ ਕੇ ਆਈ ਹੈ, ਅੱਜ ਕੰਗ ਸਾਹਿਬ ਨਾਲ ਅਸੀਂ ਚਰਚਾ ਕਰਾਂਗੇ। ਕੰਗ ਸਾਹਿਬ ਵੀ ਦੱਸਣਗੇ ਵੀ ਇਹਦੇ ਵਿੱਚ ਸਰਕਾਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਹਾਂਜੀ ਕੰਗ ਸਾਹਿਬ, ਤੁਹਾਨੂੰ ਮੈਂ ਪਹਿਲਾਂ ਜੀ ਆਇਆਂ ਨੂੰ ਕਹਿੰਦਾ, ਸਾਰੇ ਮੇਰੇ ਦਰਸ਼ਕ ਜਿਹੜੇ ਸੁਣਨਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਇੰਨਾ ਕੁ ਅਫਸੋਸ ਹੋਇਆ ਟੀਵੀ ਤੇ ਸੁਣ ਕੇ ਕਿ ਨਰਿੰਦਰ ਮੋਦੀ ਜੀ ਜਿਹੜੇ ਹਿੰਦੁਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਹੈ, ਮੈਂ ਉਹਨਾਂ ਦੀ ਗੱਲਾਂ ਯਾਦ ਕਰਾਊਂਗਾ। ਪਹਿਲੀ ਵਾਰ ਇਲੈਕਸ਼ਨ ਜਿੱਤੀ ਉਹਨੇ ਕਿਹਾ ਸੀ ਮੈਂ 125 ਕਰੋੜ ਲੋगों का प्रधानमंत्री हूँ। बड़ी खुशी हुई थी। मैं भी उन्होंने पहले इलैक्शन ਦੇ ਵਿੱਚ ਭੈਣ ਜੀ ਕਿਰਨ ਖੇਰ ਨੂੰ, ਅਜੇ ਜੰਬਾਲ ਨੂੰ, ਸਾਰਿਆਂ ਨੂੰ ਮੇਰੇ ਬਾਰੇ ਪੁੱਛ ਲਿਓ। 2014 ਦੇ ਵਿੱਚ ਮੈਂ ਤਨ ਮਨ ਧਨ ਨਾਲ ਪੂਰੀ ਡਟ ਕੇ ਸੇਵਾ ਕੀਤੀ। ਬਿਲਕੁਲ ਠੀਕ ਹੈ ਜੀ। ਬੜੀ ਆਸ ਸੀ ਵੀ ਭਾਈ ਕਾਂਗਰਸ ਨੇ ਕਰਿਆ ਕੁਛ ਨਹੀਂ, ਮੋਦੀ ਜੀ ਆਣਗੇ, ਅੱਛੇ ਦਿਨ ਆਣਗੇ। ਮੋਦੀ ਜੀ ਅੱਜ ਮੈਂ ਤੁਹਾਨੂੰ ਬਹੁਤ ਸਤਿਕਾਰ ਨਾਲ ਪੁੱਛਣਾ ਚਾਹੁੰਦਾ ਵੀ ਅੱਛੇ ਦਿਨ ਇਹੀ ਹੈ ਵੀ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਜ਼ਿਮੀਂਦਾਰ ਹਰੇਕ ਕੋਨੇ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਬੈਠੇ ਹੈ। ਤੁਸੀਂ ਕੀ ਸੋਚਦੇ ਵੀ ਅੱਛੇ ਦਿਨ? ਅੱਜ ਜਦੋਂ ਪ੍ਰੈਸ ਟੀਵੀ ਤੇ ਮੈਂ ਸੁਣਿਆ ਵੀ ਪ੍ਰਧਾਨ ਮੰਤਰੀ ਜੀ ਕਹਿ ਰਹੇ ਹੈ ਵੀ ਮੈਂ 2% ਜ਼ਿਮੀਂਦਾਰਾਂ ਨੂੰ ਉਹਨਾਂ ਦੇ ਦਬਾਅ 'ਚ ਆ ਕੇ ਕਾਨੂੰਨ ਰੱਦ ਨਹੀਂ ਕਰ ਸਕਦਾ। ਬਹੁਤ ਅੱਛਾ ਪ੍ਰਧਾਨ ਮੰਤਰੀ ਜੀ, ਤੁਹਾਡੀ ਜੈ ਜੈਕਾਰ, ਧੰਨੋ ਤੁਸੀਂ। ਮੈਂ ਗੱਲ ਪੁੱਛਣਾ ਚਾਹੁੰਦਾ, ਤੁਸੀਂ 2% ਕਿਹਾ, ਮੈਂ ਨਹੀਂ ਕਿਹਾ। 2% ਵੀ ਇੱਕ ਮੈਜੋਰਟੀ ਹੁੰਦੀ ਹੈ, ਪਰ ਤੁਸੀਂ ਸਿਰਫ 2% ਦੇ ਬਰਾਬਰ ਇੱਕ ਬੰਦੇ ਨੂੰ ਚੱਕਣ ਵਾਸਤੇ ਅਨਿਲ ਅੰਬਾਨੀ ਨੂੰ ਇਹ ਸਾਰਾ ਕੁਝ ਕਰ ਰਹੇ ਹੋ। ਮੈਂ ਸ਼ਰੇਆਮ ਕਹਿ ਰਿਹਾ, ਮੈਂ ਕੰਨ 'ਚ ਗੱਲ ਨਹੀਂ ਕਰ ਰਿਹਾ। ਮੋਦੀ ਜੀ ਮਾੜਾ ਮੋਟਾ ਸੋਚੋ, ਹੱਥ ਜੋੜਦਾ ਸੋਚੋ। ਤੁਸੀਂ ਬਹੁਤ ਮੰਦਰ ਗੁਰਦੁਆਰੇ ਜਾਂਦੇ ਹੋ, ਤੁਸੀਂ ਪਿੱਛੇ ਰਕਾਬਗੰਜ ਗੁਰਦੁਆਰੇ ਜਾ ਕੇ ਆਏ ਹੋ, ਪਤਾ ਨਹੀਂ ਤੁਹਾਨੂੰ ਕਿਹਨੇ ਨੇਕ ਸਲਾਹ ਦਿੱਤੀ। ਬੜਾ ਮੇਰਾ ਮਨ ਖੁਸ਼ ਹੋਇਆ, ਹੌਸਲਾ ਹੋਇਆ ਵੀ ਅੱਜ ਕੋਈ ਮੋਦੀ ਜੀ ਗੁਰਦੁਆਰੇ ਜਾ ਕੇ ਆਏ, ਕੋਈ ਨਿਮਰਤਾ ਆ ਗਈ ਹੋਣੀ ਹੈ। ਪਰ ਨਹੀਂ ਮੋਦੀ ਜੀ, ਤੁਸੀਂ ਤਸਤੋ ਮਸ ਨਹੀਂ ਹੋ ਰਹੇ। ਮੋਦੀ ਜੀ ਸੌਦਾ ਮਹਿੰਗਾ ਪੈ ਜਾਣਾ, ਮੈਂ ਤੁਹਾਨੂੰ ਗੱਲ ਦੱਸੀ ਜਾਂਦਾ। ਔਰ ਦੂਜੀ ਗੱਲ ਇਹ ਹੈ ਵੀ ਤੁਸੀਂ ਆਪਣੀ ਜਗ੍ਹਾ ਸੱਚੇ ਹੋ, ਬਿਲਕੁਲ ਤੁਹਾਡਾ ਹੱਥ ਖੁੱਲ੍ਹ ਗਿਆ, ਤੁਹਾਨੂੰ ਕਿਸੇ ਵੋਟਰ ਦੀ ਲੋੜ ਤਾਂ ਹੈ ਉਹ ਨਹੀਂ। ਤੁਸੀਂ ਮਸ਼ੀਨਾਂ ਸਿਰ ਤੇ ਜਿੱਤਦੇ ਹੋ। ਚੰਡੀਗੜ੍ਹ ਕਾਰਪੋਰੇਟ ਇਲੈਕਸ਼ਨ ਤੋਂ ਤੁਸੀਂ ਆਪਣਾ ਐਕਸਪੈਰੀਮੈਂਟ ਸ਼ੁਰੂ ਕੀਤਾ ਸੀ, ਮਸ਼ੀਨਾਂ ਚੱਲੀਆਂ ਤੁਹਾਡੀਆਂ ਪੂਰੀਆਂ। ਮੈਨੂੰ ਪਤਾ ਵੀ ਮੇਰੇ ਨਾਲ ਤੁਹਾਡੇ ਦਿੱਲੀ ਤੋਂ ਆਏ ਹੋਏ ਬੰਦੇ ਨਾਲ ਸੀਗੇ, ਉਹ ਸਾਰੇ ਕਹਿ ਰਹੇ ਸੀ ਵੀ ਕੰਗ ਜੀ ਜੇ 10 ਸੀਟਾਂ ਆ ਗਈਆਂ ਨਾ ਤਾਂ ਆਪਣੀ ਮੈਜੋਰਟੀ ਹੋ ਜੂਗੀ। ਸੀਟਾਂ ਆ ਗਈਆਂ ਭਾਈ, ਮਸ਼ੀਨਾਂ ਸਿਰ ਤੇ ਆਈਆਂ, ਕੋਈ ਸ਼ੱਕ ਵਾਲੀ ਗੱਲ ਨਹੀਂ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਮੋਦੀ ਜੀ, ਤੁਹਾਡੇ ਕੋਲ ਬੜੇ ਬੜੇ ਸਿਆਣੇ ਅਫਸਰ ਬੈਠੇ ਹੈ, ਸਿਆਣੇ ਲੀਡਰ ਹੈ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਕਰੋੜਾਂ ਜ਼ਮੀਨਾਂ ਸੀ, ਅੱਜ ਕੋਈ ਲੱਖਾਂ 'ਚ ਲੈਣ ਨੂੰ ਤਿਆਰ ਨਹੀਂ ਹੈ। ਕਾਹ ਇੱਕੋ ਰਹਿ ਗਿਆ, ਅੰਬਾਨੀ। ਮੋਦੀ ਜੀ ਮੈਂ ਬੇਨਤੀ ਕਰਦਾ, ਛੱਡ ਦਿਓ ਜਿੱਦ ਨੂੰ। ਇਹ ਜ਼ਿਮੀਂਦਾਰਾਂ ਲੀਡਰਾਂ ਨੂੰ ਆਪਣੇ ਘਰ ਬੁਲਾਓ, ਨਵੇਂ ਨੁਮਾਇੰਦੇ ਨਾ ਭੇਜੋ। ਨਾ ਤੋਮਰ ਸਾਹਿਬ ਦੇ ਪੱਲੇ ਆ ਕੁਛ, ਨਾ ਗੋਇਲ ਸਾਹਿਬ ਦੇ ਪੱਲੇ ਆ ਕੁਛ। ਕਿਉਂ ਲੋਕਾਂ ਨੂੰ ਜੀਲ ਕਰਦੇ ਹੋ ਮੋਦੀ ਜੀ? ਘਰ ਬੁਲਾ ਕੇ ਮੈਂ ਇਸ ਗੱਲ ਦੀ ਤੁਹਾਨੂੰ ਗਰੰਟੀ ਦਿੰਦਾ ਵੀ ਕਿਸਾਨ ਲੀਡਰ ਬਹੁਤ ਸਿੱਧੇ ਸਾਦੇ ਹੈ ਵੀ ਤੁਹਾਡੇ ਨਾਲ ਚਾਹ ਦਾ ਕੱਪ ਪੀ ਕੇ ਇਹਦੀਆਂ ਗੱਲਾਂ ਮੰਨ ਜਾਣਗੇ ਉਹ। ਮੇਰੀ ਲਾਸਟ ਬੇਨਤੀ ਇਹ ਹੈ ਤੁਹਾਨੂੰ ਵੀ ਤੁਸੀਂ ਇਹ ਕਾਨੂੰਨ ਨੂੰ ਰੱਦ ਕਰੋ, ਰੱਦ ਕਰਕੇ ਦੁਬਾਰਾ ਨੂੰ ਆਪਣੇ ਘਰ ਬਿਠਾ ਕੇ ਮੀਟਿੰਗ ਕਰਕੇ ਵਿਚਲਾ ਰਸਤਾ ਕੱਢ ਲਓ, ਕੋਈ ਰੌਲਾ ਹੀ ਨਹੀਂ ਸਕਦਾ। ਕਿਉਂ ਜਿੱਦ ਫੜੀ ਹੋਈ ਤੁਸੀਂ? ਦੂਜੇ ਪਾਸੇ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਬਾਰਡਰ ਤੋਂ ਮਿਲਟਰੀ ਬੁਲਾ ਰਹੇ ਹੋ, CRP ਬੁਲਾ ਰਹੇ ਹੋ, ਉਹਨਾਂ ਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਹਾਡੀ ਡਿਊਟੀ ਬਿਲਕੁਲ, ਤੁਸੀਂ ਡਿਊਟੀ 'ਤੇ ਪਾਬੰਦ ਰਹਿਣਾ, ਜੋ ਹੁਕਮ ਆਊਗਾ ਸਰਕਾਰ ਦਾ ਕਰਨਾ। ਪਰ ਜਵਾਨੋ ਇਹ ਗੱਲ ਸੋਚ ਕੇ ਚੱਲਿਓ, ਤੁਸੀਂ ਵੀ ਜ਼ਿਮੀਂਦਾਰਾਂ ਦੇ ਬੱਚੇ ਹੋ, ਬਿਲਕੁਲ ਵਿਦਿਨ ਲਿਮਿਟ ਰਹਿ ਕੇ ਆਪਣੀ ਕਾਰਵਾਈ ਕਰਨੀ ਹੈ, ਕਿਸੇ ਨੂੰ ਨਜਾਇਜ਼ ਤੰਗ ਨਾ ਕਰਿਓ। ਮੈਂ ਬਾਰ-ਬਾਰ ਬੇਨਤੀ ਕਰਦਾ ਮੋਦੀ ਜੀ, ਅੱਜ ਮੇਰੇ ਮਨ 'ਚ ਭਾਵਨਾ ਆਈ ਹੈ, ਜੇ ਕੋਈ ਨਹੀਂ ਗੱਲ ਬਣਦੀ ਤਾਂ ਮੈਂ 5-7 ਬੰਦੇ ਲੈ ਕੇ, ਰੱਬ ਨੂੰ ਤਾਂ ਤੁਸੀਂ ਮੰਨਦੇ ਨਹੀਂ, ਕਿਸੇ ਰੱਬ ਤੁਹਾਡੇ ਵਾਸਤੇ ਕੋਈ ਵੈਲਿਊ ਨਹੀਂ ਹੈ।
ਮੇਰੇ ਮਨ 'ਚ ਹੈਗਾ ਵੀ ਜਿੰਨਾ ਤੁਸੀਂ ਆਪਣੀ ਮਾਤਾ ਜੀ ਦਾ ਸਤਿਕਾਰ ਕਰਦੇ ਹੋ, ਜਿਸ ਮਾਂ ਦੀ ਕਿਰਪਾ ਨਾਲ ਤੁਸੀਂ ਅੱਜ ਪ੍ਰਧਾਨ ਮੰਤਰੀ ਬਣੇ ਹੋ, ਮੈਂ ਵੀ 5-7 ਬੰਦੇ ਲੈ ਕੇ ਜਾ ਕੇ ਮਾਤਾ ਜੀ ਦੇ ਪੈਰ ਫੜ ਲੈਣੇ, ਮਾਤਾ ਜੀ ਪ੍ਰਧਾਨ ਮੰਤਰੀ ਜੀ ਬੁਲਾ ਕੇ ਤੂੰ ਦਬਕਾ ਮਾਰ ਕੇ ਕਹਦੇ ਕਾਨੂੰਨ ਵਾਪਸ ਲੈ। ਠੀਕ ਹੈ, ਬਾਕੀ ਮੋਦੀ ਤੁਹਾਡੀ ਮਰਜ਼ੀ ਹੈ, ਜੋ ਤੁਹਾਡੇ ਤੇ ਹੈ ਕੋਈ ਨਹੀਂ, ਪਰ ਇਹ ਸੌਦਾ ਮਹਿੰਗਾ ਪੈ ਜਾਣਾ। ਮੈਂ ਤੁਹਾਨੂੰ ਗੱਲ ਦੱਸਦਾ, ਜ਼ਿਮੀਂਦਾਰਾਂ ਦੇ ਨਿਆਣੇ ਠੰਡੇ ਮਰ ਰਹੇ ਹੈ, ਪਰਮਾਤਮਾ ਜ਼ਰੂਰ ਹੈ। ਮੈਂ ਦੁਬਾਰਾ ਬੇਨਤੀ ਤੁਹਾਨੂੰ ਕਰ ਰਿਹਾ ਵੀ ਰਹਿਣ ਦੋ, ਚੁੱਪ ਕਰਕੇ। ਕੋਈ ਪਿਊਸ਼ ਗੋਇਲ ਨਹੀਂ, ਕੋਈ ਖੇਤੀਬਾੜੀ ਮੰਤਰੀ ਨਹੀਂ। ਇਹ ਹਰਿਆਣੇ ਦੇ ਵਿੱਚ ਹਰਿਆਣੇ ਦੇ ਖੱਟਰ ਸਾਹਿਬ, ਉਹ ਵੀ ਲੋਕਾਂ ਨੂੰ ਬਾੜਨ ਦੀ ਕੋਸ਼ਿਸ਼ ਕਰ ਰਹੇ ਹੈ। ਉਹ ਖੱਟਰ ਸਾਹਿਬ ਰੱਬ ਦਾ ਸ਼ੁਕਰ ਮਨਾਓ, ਤੁਹਾਨੂੰ ਕਿੱਥੇ ਬੈਠਣ ਨੂੰ ਮੋਦੀ ਨੇ ਸੀਐਮ ਬਣਾਤਾ। ਨਹੀਂ ਤੁਸੀਂ ਮੋਦੀ ਸੀਐਮ ਬਣਨ ਦੇ ਕਾਬਲ ਹੋ, ਤੁਸੀਂ ਲੋਕਾਂ ਨੂੰ ਪਾੜ ਰਹੇ ਹੋ ਆਪਸ 'ਚ। ਮੋਦੀ ਜੀ ਮੈਂ ਬੇਨਤੀ ਤੁਹਾਨੂੰ ਕਰਤੀ, ਮੈਨੂੰ ਆਸ ਤਾਂ ਤੁਹਾਡੇ ਤੋਂ ਮਾੜਾ ਮੋਟਾ ਅਸਰ ਹੋਊਗਾ, ਨਹੀਂ ਹੋਊਗਾ ਸਮਾਂ ਆ ਜਾਊਗਾ, ਤੁਹਾਨੂੰ ਅਲਟੀਮੇਟਲੀ ਇਹ ਕਾਨੂੰਨ ਰੱਦ ਕਰਨਾ ਪੈਣਾ ਹੈ। ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਜੇ ਕੋਈ ਬੰਦੀ ਘੱਟੀ ਬੋਲ ਹੋਊਗੀ ਤਾਂ। ਮੈਂ ਤੁਹਾਡਾ ਬਹੁਤ ਆਭਾਰੀ ਹੈ। ਮੈਨੂੰ ਆਸ ਹੈ ਵੀ ਤੁਸੀਂ ਜ਼ਰੂਰ ਇਸ ਗੱਲ ਤੇ ਗੌਰ ਕਰਕੇ ਕੋਈ ਨਾ ਕੋਈ ਹੱਲ ਸੋਚੋਗੇ, ਹੱਲ ਕੱਢੋਗੇ। ਬਹੁਤ ਧੰਨਵਾਦ। ਕੰਗ ਸਾਹਿਬ, ਇੱਕ ਮੇਨ ਜਿਹੜਾ ਇਸ ਟਾਈਮ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਹ ਇਹ ਹੈ ਕਿ ਰੋਜ਼ ਦੇਖੋ ਕੋਈ ਨਾ ਕੋਈ ਕਿਸਾਨ ਮਰ ਰਿਹਾ ਹੈ, ਕੋਈ ਨਾ ਕੋਈ ਵੱਡਾ ਆਦਮੀ ਮਰ ਰਿਹਾ ਹੈ, ਉੱਥੇ ਬਜ਼ੁਰਗ ਵੀ ਬੈਠੇ ਹੈ, ਬਜ਼ੁਰਗ ਕੀ ਕਹਿੰਦੇ ਖੁਦਕੁਸ਼ੀ ਕਰਦੀ ਹੈ। ਪਹਿਲਾਂ ਵੀ ਸੰਤ ਜਿਹੜੇ ਸੀ ਕਰਨਾਲ ਵਾਲੇ, ਉਹਨਾਂ ਦੀ ਡੈਥ ਹੋਈ ਹੈ। ਸੋ ਲੋਕਾਂ ਨੂੰ ਇੰਨਾ ਸਦਮਾ ਲੱਗਿਆ ਹੋਇਆ, ਲੋਕੀ ਇੰਨੇ ਘਬਰਾਏ ਹੋਏ ਨੇ, ਤੇ ਮਤਲਬ ਉਹਦੇ ਬਾਵਜੂਦ ਵੀ ਇਹ ਜਿਹੜਾ ਹੈ ਮਤਲਬ ਕਾਨੂੰਨ, ਕਿਉਂਕਿ ਉਹ ਤਾਂ ਇਹੀ ਕਹਿੰਦੇ ਹੈਗੇ, ਹੁਣ ਰਾਜਨਾਥ ਸਿੰਘ ਜੀ ਨੇ ਵੀ ਕਿਹਾ ਹੈਗਾ ਕਿ ਕੋਈ नहीं, 1 साल ट्राई करके देख लेते हैं, मतलब अगर अच्छा लगेगा तो ठीक है, नहीं तो नहीं। बट वो किसान कह रहे हैं जब हमने करना ही नहीं, क्योंकि इन किसानों की मेजोरिटी हमारे इंडिया में ज़्यादा है। हमारा जो मुल्क है खेती प्रधान सूबा है, देश है, और पंजाब और हरियाणा तो स्पेशली खेती प्रधान सूबे हैं, उसके अंदर मेजोरिटी इनकी है। इनकी वोटों से ये जो MP बन के जाते हैं। मैं तो थोड़ा हिंदी बोल रहा है कि चलो सारी जगह पे ये वायरल सबको पता लगना चाहिए। तो मतलब उन्होंने जब वही आपको कह रहे हैं कि हमारे पे ये कानून लागू ना करो अपने, क्योंकि एक मुल्क का जो प्राइम मिनिस्टर है वो राजा होता है, राजा की प्रजा ही जब कह रही है कि मतलब ये हम नहीं चाहते, तो मेरे हिसाब से जो हमारे राजा हैं इस टाइम मोदी साहब, इनको मानना चाहिए। रोज़ बंदे मर रहे हैं, इतनी ठंड है, ऊपर से और मतलब ठंड अभी पड़नी है, 1 महीना रहेगी। तो मतलब ये तुसी ਇਹਦੇ ਬਾਰੇ ਕੀ ਕਹਿੰਦੇ ਹੋ ਵੀ मतलब ਇੰਨੀਆਂ ਮੌਤਾਂ ਹੁਣ ਹੋ ਚੁੱਕੀਆਂ ਨੇ, ਹਾਲੇ ਵੀ ਲਗਾਤਾਰ ਜਾਰੀ ਹੈ, ਤੇ ਕੋਈ ਵੱਡਾ ਕਾਰਾ ਹੋ ਜਾਏਗਾ ਤੇ ਉਹ ਸਾਡੇ ਮੁਲਕ ਵਾਸਤੇ ਨੁਕਸਾਨ ਹੋਏਗਾ ਕਾਫੀ, ਕਿਉਂਕਿ ਅੱਗੇ ਹੀ ਕਰੋਨਾ ਤੋਂ ਅਸੀਂ ਨਿਕਲ ਕੇ ਹਟੇ ਹਾਂ। 1 ਸਾਲ ਹੋ ਗਿਆ ਕਰੋਨਾ ਕਰਕੇ, ਲੋਕਾਂ ਦੇ ਕੰਮਕਾਜ ਬਿਲਕੁਲ ਠੱਪ ਹੋਏ ਪਏ ਨੇ, ਅੱਧੇ ਰਹਿ ਗਏ ਨੇ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਦੇ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਚੱਲ ਰਹੇ ਨੇ। ਕੰਸਟਰਕਸ਼ਨ ਦੀ ਜਿਹੜੀ ਸੀਗੀ ਉਹ 3 ਟਾਈਮ ਲੈਸ ਹੋ ਗਈ ਹੈ, ਫੈਕਟਰੀਆਂ 3 ਗੁਣਾ ਘਟ ਗਈਆਂ ਨੇ, ਜਿਹੜੀ 24 ਘੰਟੇ ਚੱਲਦੇ ਸੀ 8 ਘੰਟੇ ਤੇ ਆ ਗਈਆਂ ਨੇ। ਇਹੋ ਜਿਹੇ ਹਾਲਾਤਾਂ ਵਿੱਚ ਇਹ ਕਾਨੂੰਨ ਲਿਆਉਣਾ ਕੀ ਤੁਹਾਡੇ ਮੁਤਾਬਕ ਠੀਕ ਹੈ? ਵੈਸੇ ਮੈਨੂੰ ਜਿਵੇਂ ਰਿਪੋਰਟਰ ਸਾਹਿਬ ਨੇ ਸਾਰੀ ਗੱਲ ਕੀਤੀ ਹੈ, ਮੈਂ ਤਾਂ ਨਿਚੋੜ ਇੱਕ ਦੇਣਾ ਚਾਹੁੰਦਾ ਵੀ ਮੋਦੀ ਜੀ, ਅਸੀਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਅਸੀਂ ਟਾਰਗੇਟ ਲਾਉਂਦੇ ਸੀ ਵੀ ਅੱਜ ਅਸੀਂ ਆਹ ਕੰਮ ਕਰਨਾ। ਮੇਰਾ ਖਿਆਲ ਵੀ ਤੁਹਾਡੇ ਸਲਾਹਕਾਰ ਪਤਾ ਨਹੀਂ ਕੌਣ ਹੈ, ਤੁਸੀਂ ਦੇਖ ਕੇ ਸੋਚ ਵਿਚਾਰ ਕੇ ਇਹੋ ਜਿਹਾ ਟੀਕਾ ਲਾਉਂਦੇ ਹੋ ਵੀ ਦੁਨੀਆ ਤੜਫਦੀ ਫਿਰਦੀ ਹੈ, ਕਿਉਂ ਇਹੋ ਜਿਹੇ ਕੰਮ ਕਰਦੇ ਹੋ? ਸਾਰੀ ਦੁਨੀਆ ਥੂ ਕਰ ਰਹੀ ਹੈ ਮੋਦੀ ਜੀ, ਪ੍ਰਧਾਨ ਮੰਤਰੀ ਜੀ, ਤੁਸੀਂ ਮਾੜੀ ਮੋਟੀ ਗੌਰ ਕਰ ਲਓ। ਇਹ ਜਿਹੜੀ ਗੱਲ ਰਾਜਨਾਥ ਜੀ ਨੇ ਕਹੀ ਹੈ, ਮੈਂ ਇਸ ਗੱਲ ਦੀ ਦਾਦ ਦਿੰਦਾ। ਰਾਜਨਾਥ ਜੀ ਦੇ ਮਨ 'ਚ ਇਸ ਗੱਲ ਦਾ, ਇਸ ਵਰਡਿੰਗ 'ਚੋਂ ਦੁੱਖ ਮਹਿਸੂਸ ਹੋ ਰਿਹਾ, ਪਰ ਉਹਨਾਂ ਦੀ ਮਜਬੂਰੀ ਹੈ, ਪਾਰਟੀ ਡਿਸਪਲਿਨ ਤੋਂ ਬਾਹਰ ਕਹਿ ਨਹੀਂ ਸਕਦੇ। ਠੀਕ ਹੈ, ਉਹ ਚਾਹੁੰਦੇ ਆ ਵੀ ਕਾਨੂੰਨ ਕੈਂਸਲ ਕਰ ਦਈਏ, ਪਰ ਤੁਹਾਡੀ ਪਾਰਟੀ ਦੇ ਵਿੱਚ ਇੰਨੀ ਕੁ ਰੋਬ ਹੈ, ਦਹਿਸ਼ਤ ਹੈ, ਜੋ ਵੀ ਹੈ। ਮੈਨੂੰ ਬੀਜੇਪੀ ਵਾਲੇ ਸਾਥੀ ਬਹੁਤ ਜਾਣਦੇ, ਮੇਰਾ ਭਾਈਚਾਰਾ ਹੈ, ਚਾਹੇ ਮੈਂ ਕਾਂਗਰਸ 'ਚ ਆ ਗਿਆ, ਪਰ ਮੇਰਾ ਭਾਈਚਾਰਾ ਪਰਿਵਾਰਕ ਸਾਂਝ ਨਹੀਂ ਖਤਮ ਹੋ ਸਕਦੀ। ਉਹ ਸਾਰੇ ਡਰੇ ਹੋਏ ਆ ਮੋਦੀ ਜੀ, ਇਕੱਲੀ ਬਾਕੀ ਪਾਰਟੀਆਂ ਨਹੀਂ ਬੋਲਦੇ, ਨਹੀਂ ਉਹ ਡਰਦਾ, ਕੋਈ ਬੋਲਦਾ ਨਹੀਂ ਹੈ। ਉੱਥੇ ਬਾਰਡਰ ਤੇ ਬਜ਼ੁਰਗ ਮਰ ਰਹੇ, ਬੱਚੇ ਮਰ ਰਹੇ ਆ। ਮੈਂ ਕਹਿੰਦਾ ਮੋਦੀ, ਤੁਹਾਨੂੰ ਰੱਬ ਦਾ ਕੋਈ ਡਰ ਰਿਹਾ ਹੀ ਨਹੀਂ ਹੈ। ਉਹ ਵੀ ਕਿਸੇ ਦੇ ਜੰਮੇ ਹੋਏ ਹੈ, ਮਜਬੂਰ ਹੋ ਕੇ ਲੋਕ ਸੁਸਾਈਡ ਕਰ ਰਹੇ ਹੈ। ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਮੋਦੀ ਜੀ, ਕੋਈ ਗੱਲ ਨਹੀਂ। ਹੁਣ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ। ਕੱਲ ਪਰਸੋਂ ਕ੍ਰਿਸਚਨਾਂ ਦਾ ਫੰਕਸ਼ਨ ਹੋ ਗਿਆ, ਕ੍ਰਿਸਮਸ ਮਨਾਈ ਹੈ, ਮੈਰੀ ਕ੍ਰਿਸਮਸ। ਮੈਂ ਉੱਥੇ ਵੀ ਬੇਨਤੀ ਕੀਤੀ ਹੈ ਵੀ ਇਹ ਭਗਵਾਨ ਯਿਸੂ ਮਸੀਹ ਤੂੰ ਹੀ ਕਰ ਲੈ ਕੁਛ, ਤੂੰ ਹੀ ਸਮਝਾ ਦੇ। ਮੈਨੂੰ ਆਸ ਹੈ ਜ਼ਰੂਰ ਪਰਮਾਤਮਾ ਸਮਤ ਬਖਸ਼ੂਗਾ ਤੁਹਾਨੂੰ। ਤੁਹਾਡੀ ਕਾਨੂੰਨ ਵਾਪਸ ਲੈਣ 'ਚ ਤੁਸੀਂ ਇਹ ਨਾ ਸੋਚੋ ਤੁਹਾਡੀ ਹਾਰ ਹੈ, ਮੈਂ ਗਰੰਟੀਆਂ ਕਹਿੰਦਾ ਤੁਹਾਡੀ ਜਿੱਤ ਹੋਊਗੀ। ਇਹ ਪੰਜਾਬ ਦੇ ਸਿੱਧੇ ਭੋਲੇ ਭਾਲੇ, ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਭੋਲੇ ਭਾਲੇ ਕਿਸਾਨ
ਮੈਂ ਕਹਿੰਦਾ ਵੀ ਤੁਹਾਡੀ ਜਾਇਜ਼ਾ ਗੱਲ ਕਰਦੇ ਮਸ਼ੀਨ ਇੱਕ ਰੱਖੋ, ਤੁਸੀਂ ਫਿਰ ਵੀ ਲੱਖਾਂ ਵੋਟਾਂ ਨਾਲ ਜਿੱਤੋਗੇ। ਇੱਕ ਕੰਗ ਸਾਹਿਬ ਸੌਰੀ ਮੈਂ ਇੰਟਰਪਸ਼ਨ ਕਰਦਾ, ਕਿਉਂਕਿ ਹੁਣ ਅੱਗੇ ਐਮਸੀ ਦੀ ਇਲੈਕਸ਼ਨਸ ਵੀ ਹੈਗੀਆਂ, ਪੰਜਾਬ 'ਚ ਕਾਰਪੋਰੇਸ਼ਨ ਦੀ ਇਲੈਕਸ਼ਨ 'ਚ ਵੀ ਹੈਗੀਆਂ, ਕੁਝ ਹਿਮਾਚਲ 'ਚ ਵੀ ਹੋਣੀਆਂ, ਕੱਲ ਪਰਸੋਂ ਹਰਿਆਣਾ ਵਿੱਚ ਹੋ ਕੇ ਹਟੀਆਂ ਨੇ। ਹੁਣ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਵੀ ਥ੍ਰੈਟਸ ਆ ਰਹੀਆਂ, ਉਹ ਵੀ ਵਿਚਾਰੇ ਮਤਲਬ ਥੋੜਾ ਜਿਹਾ ਦਬੀ ਆਵਾਜ਼ 'ਚ ਕਹਿੰਦੇ ਯਾਰ ਅਸੀਂ ਕੀ ਕਰੀਏ, ਸਾਨੂੰ ਬੜੀ ਪ੍ਰੋਬਲਮ ਕ੍ਰੀਏਟ ਆ ਰਹੀ ਹੈ, ਅਸੀਂ ਪਿੰਡਾਂ 'ਚ ਜਾਂਦੇ ਹਾਂ ਆਪਣੀ ਕਨਵਿੰਸਿੰਗ ਕਰਨ, ਸਾਨੂੰ ਪਹਿਲਾਂ ਹੀ ਹੱਥ ਜੋੜ ਦਿੰਦੇ ਨੇ, ਕਿਉਂਕਿ ਭਾਈਚਾਰਾ ਤਾਂ ਹੁੰਦਾ ਹੀ ਹੈ ਸਰਪੰਚਾਂ ਦਾ ਵੀ ਨਾ ਆਇਓ ਵੀ ਸਾਡੇ ਵੀ ਡੰਡੇ ਪੈਣਗੇ। ਤੋ ਐਸੀ ਪੋਜੀਸ਼ਨ ਕ੍ਰੀਏਟ ਹੋਈ ਹੈ, ਤੁਹਾਡੇ ਆਪ ਦੇ ਵਰਕਰ, ਤੁਹਾਡੇ ਆਪ ਦੇ ਜਿਹੜੇ ਕੈਂਡੀਡੇਟ ਹੈ ਇਸ ਟਾਈਮ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਆਪਣਾ ਇਲੈਕਸ਼ਨਸ ਹੋਣੀਆਂ ਹੁਣ ਕਾਰਪੋਰੇਸ਼ਨ ਦੀਆਂ, ਉਹ ਅੰਦਰ ਖਾਤੇ ਜਰਕ ਰਹੇ ਨੇ, ਭਾਵੇਂ ਉਹ ਮਤਲਬ ਉੱਪਰੋਂ ਨਹੀਂ ਬੋਲਦੇ, ਅੰਦਰ ਖਾਤੇ ਉਹਨਾਂ ਨੂੰ ਮਤਲਬ ਥੋੜਾ ਭੈ ਤਾਂ ਬਣ ਹੀ ਗਿਆ ਵੀ ਕਿਤੇ ਕਿਸਾਨ ਕੋਈ ਉਹਨਾਂ ਨੂੰ ਕੋਈ 19-21 ਨਾ, ਕੱਲ ਪਰਸੋਂ ਵੀ ਦੇਸੂ ਮਾਜਰੇ ਇੱਕ ਪਵਨ ਮਨੋਚਾ ਜੀ ਹੈਗੇ ਆ, ਉਹ ਅਟਲ ਬਿਹਾਰੀ ਵਾਜਪੇਈ ਜੀ ਦਾ ਬਰਥਡੇ ਮਨਾ ਰਹੇ ਸੀ ਤੇ ਉਹਨਾਂ ਦਾ ਕਿਸਾਨਾਂ ਨੇ ਘਿਰਾਵ ਕਰ ਲਿਆ। ਇਸ ਤਰ੍ਹਾਂ ਹੋਰਾਂ ਥਾਵਾਂ ਤੇ ਵੀ ਹੋਇਆ। ਉਹਨਾਂ ਨੇ ਇਹ ਕਿਹਾ ਵੀ ਇੱਕ ਤਾਂ ਕਿਸਾਨੀ ਦਾ ਮੁੱਦਾ, ਵੀ ਦੂਸਰਾ ਸਾਡੇ ਇਹਨਾਂ ਦਿਨਾਂ 'ਚ 26 ਤਰੀਕ ਨੂੰ 25-26 ਨੂੰ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਵੀ ਤੁਸੀਂ ਸਾਡੇ ਪਿਤਾ ਹੈ, ਸਾਡੇ ਸਾਰੇ ਨੇਸ਼ਨ ਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ, ਤੇ ਤੁਸੀਂ ਉਸ ਟਾਈਮ ਬਰਥਡੇ 'ਚ ਸਾਡੇ ਘਰ 'ਚ ਵੀ ਕੋਈ ਵੱਡਾ ਬਜ਼ੁਰਗ ਮਰ ਜਾਵੇ, ਡੈਥ ਹੋ ਜਾਵੇ, ਤੇ ਉਹ ਕਿਸੇ ਉਹਦੇ ਬੱਚੇ ਦਾ ਬਰਥਡੇ ਹੋਵੇ ਤਾਂ ਉਹ ਨਹੀਂ ਮਨਾਉਂਦੇ ਬਰਥਡੇ, ਕਿਉਂਕਿ ਉਸ ਦਿਨ ਉਹ ਐਡਾ ਵੱਡਾ, ਇਹਨਾਂ ਨੇ ਤਾਂ ਗੁਰੂ ਸਾਹਿਬਾਂ ਨੇ, ਚਾਰੇ ਸਾਹਿਬਜ਼ਾਦੇ ਨੇ ਤੇ ਸਾਰੇ ਸਾਡੇ ਮੁਲਕ ਦੇ ਕੀ ਕਹਿੰਦੇ ਆ ਰਕਸ਼ਾ ਵਾਸਤੇ ਜਾਨ ਦਿੱਤੀ ਸੀ। ਸੋ ਉਹਨਾਂ ਨੂੰ ਇਹ ਸਾਰੀਆਂ ਪ੍ਰੋਬਲਮਾਂ ਫੇਸ ਕਰਨੀਆਂ ਪੈ ਰਹੀਆਂ ਇਸ ਟਾਈਮ। ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਵੀ ਇਲੈਕਸ਼ਨ 'ਚ ਫਰਕ ਪਏਗਾ ਜਿਹੜੀ ਹੁਣ ਆ ਕੁਝ ਹੋ ਰਿਹਾ ਕਿਸਾਨੀ? ਇਹਦੇ ਵਾਸਤੇ ਸ਼ਾਇਦ ਤੁਹਾਡੇ ਧਿਆਨ 'ਚ ਨਹੀਂ ਹੈ, ਜਦੋਂ ਮੋਦੀ ਜੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਜੀ ਸਰ, ਦਿੱਲੀ ਬੱਚਿਆਂ ਦੇ ਫੰਕਸ਼ਨ ਤੇ ਮੋਦੀ ਜੀ ਨੂੰ ਕਿਸੇ ਬੱਚੀ ਨੇ ਸਵਾਲ ਕੀਤਾ ਸੀ ਜੀ, ਜੇ ਗੱਲ ਹੈ ਮੋਦੀ ਜੀ ਤੱਕ ਪਹੁੰਚ ਜੂਗੀ ਉਹਨਾਂ ਨੂੰ ਜ਼ਰੂਰ ਯਾਦ ਆ ਜਾਊਗਾ। ਰਾਈਟ। ਉਹਨੇ ਕਿਹਾ ਸੀ ਪ੍ਰਧਾਨ ਮੰਤਰੀ ਜੀ ਨੈਕਸਟ ਪ੍ਰਧਾਨ ਮੰਤਰੀ ਕੌਣ ਬਣेंगे? ਮੋਦੀ ਜੀ ਤੁਸੀਂ ਇਹ ਗੱਲ ਕਹੀ ਸੀ 2024 ਤੱਕ ਮੈਂ ਰਹਿਣਾ ਪ੍ਰਧਾਨ ਮੰਤਰੀ। ਰਾਈਟ। ਇਹਦਾ ਮਤਲਬ ਤੁਹਾਡਾ ਪਲਾਨ ਹੀ ਹੈ ਵੀ 2024 ਤੱਕ ਰਹਿਣਾ, ਜਿੰਨਾ ਮਾਨੀ ਦਾ ਘਰ ਭਰ ਦਵਾ ਉਨਾ ਹੀ ਥੋੜਾ ਹੈ, ਬਾਕੀ ਦਾ ਤੁਹਾਡੇ ਵਾਸਤੇ ਕੋਈ ਬੰਦਾ ਹੈ ਹੀ ਨਹੀਂ। ਪਰ ਮੇਰਾ ਇਹ ਵੀ ਗੱਲ ਠੀਕ ਹੈ ਤੁਹਾਡੀ, ਪਰ ਮੇਨ ਸਵਾਲ ਤਾਂ ਇਹ ਸੀ ਵੀ ਜਿਹੜੀ ਇਲੈਕਸ਼ਨਸ ਹੈ 100% ਹੋਊਗਾ, ਪਰ ਉਹ ਤਾਂ ਕਹਿ ਰਹੇ ਆ ਵੀ ਅਸੀਂ ਸਾਰੀ ਸੀਟਾਂ ਜਿੱਤਾਂਗੇ, ਬੋਲੇ ਉਹ ਜਿੱਦਾਂ ਮਸ਼ੀਨਾਂ ਸਿੱਧਾ ਜਿੱਤੀ ਜਾਣ। ਓਕੇ ਹਾਂ ਮਸ਼ੀਨਾਂ, ਮੈਂ ਤਾਂ ਕਲੀਅਰ ਕਹਿੰਦਾ, ਮੈਂ ਗੱਲ ਗੋਲ ਨਹੀਂ ਕਰਦਾ। ਰਾਈਟ। ਮੈਂ ਕਹਿੰਦਾ ਸਵਾਲ ਆ ਇਸ ਗੱਲ ਦਾ, ਮੈਨੂੰ ਜੁਰਮਾਨਾ ਰੱਖ ਦੇਣ, ਬੈਲਟ ਪੇਪਰ ਦੇ ਇਲੈਕਸ਼ਨ ਕਰਾ ਕੇ ਦੇਖ ਲੈਣ ਕਿ ਨੇੜੇ ਵੀ ਲੰਘ ਕੇ ਤਾਂ ਮੈਨੂੰ ਕਹੇ ਤੁਸੀਂ। ਹਾਂ ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਉਹ ਵੀ ਇੱਕ ਲਾਰਜੈਸਟ ਡੈਮੋਕ੍ਰੈਟਿਕ ਮੁਲਕ ਹੈ, ਜੋ ਮੈਨੂੰ ਪਤਾ ਹੈਗਾ, ਜੋ ਮੈਨੂੰ ਜਾਣਕਾਰੀ ਹੈ, ਉੱਥੇ ਵੀ ਅੱਜ ਦੀ ਡੇਟ 'ਚ ਵੀ ਬੈਲਟ ਪੇਪਰਾਂ ਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ। ਤੇ ਔਰ ਕਈ ਲੋਕੀ ਡਿਮਾਂਡ ਵੀ ਕਰ ਰਹੇ ਹੈ, ਲੋਕਾਂ ਨੂੰ ਸ਼ੰਕਾ ਹੈਗੀ ਹੈ ਵੀ ਇਹ ਜਿਹੜੀਆਂ ਈਵੀਐਮ ਮਸ਼ੀਨਾਂ ਹੈਕ ਹੋ ਜਾਂਦੀਆਂ, ਸਾਡਾ ਮੁਲਕ ਜਿਹੜਾ ਸੌਫਟਵੇਅਰ ਦੇ ਵਿੱਚ ਸਾਡੇ ਜਿਹੜੇ ਇੰਜੀਨੀਅਰਸ ਹੈ ਉਹ ਨੰਬਰ 1 ਨੇ ਯੂਨਾਈਟਿਡ ਸਟੇਟਸ। ਸਾਡੇ ਸੁੰਦਰ ਪਿਚਾਈ ਜੀ ਗੂਗਲ ਦੇ ਹੈਡ ਹੈਗੇ ਨੇ, ਤੇ ਜਗ ਜਾਹਿਰ ਹੈ ਵੀ ਸਾਡੇ ਜਿਹੜੇ ਸੌਫਟਵੇਅਰ ਇੰਜੀਨੀਅਰ ਨੰਬਰ 1 ਇਨ ਦਾ ਵਰਲਡ ਹੈ, ਦੇ ਕੈਨ ਡੂ ਐਨੀਥਿੰਗ। ਸੋ ਲੋਕਾਂ ਦੀ ਸ਼ੰਕਾ ਵੀ ਹੈ ਵੀ ਇੰਨਾ ਕੁਝ ਹੋ ਰਿਹਾ, ਇੰਨਾ ਕੁਝ ਖਿਲਾਫ ਹੋ ਰਿਹਾ, ਜਿਸ ਤਰ੍ਹਾਂ ਪਹਿਲਾਂ ਨੋਟਬੰਦੀ ਹੋਈ, ਉਸ ਤੋਂ ਬਾਅਦ ਆਪ ਕੁਝ ਹੋਇਆ, ਕਾਰੋਬਾਰ GDP ਸਾਡੀ -10 ਤੇ ਚਲੀ ਗਈ ਹੈ, ਉਹਦੇ ਬਾਵਜੂਦ ਵੀ ਜਿੱਤੀ ਜਾ ਰਹੇ, ਲੋਕੀ ਇਹਨੇ ਲਾਈਕ ਕਰ ਰਹੇ ਨੇ। ਸੋ ਥੀਜ਼ ਆਰ ਦਾ ਡਾਊਟਫੁਲ ਥਿੰਗਸ, ਸ਼ੱਕ ਕ੍ਰੀਏਟ ਕਰਦੀਆਂ, ਤੇ ਲੋਕੀ ਕਹਿ ਵੀ ਰਹੇ ਨੇ। ਉਹ ਇਹ ਵੀ ਕਹਿੰਦੇ ਨੇ ਵੀ ਤੁਹਾਡੇ ਜਿਹੜੇ ਲੀਡਰ ਉਹ ਕਹਿੰਦੇ ਦੇਖੋ ਜੀ ਦਿੱਲੀ में तो आप जीती, चंडीगढ़ में भी, पंजाब में भी कांग्रेस आई है, तो उनका कहना ये है कि मतलब ये ਉੱਥੇ ਹੀ ਇਦਾਂ ਕਰਦੇ ਆ ਜਿੱਥੇ ਜਿੱਥੇ ਬੈਕਵਰਡ ਹੈ ਲੋਕ, ਅਨਪੜ੍ਹ ਹੈ, ਜਿੱਦਾਂ ਯੂਪੀ ਬਿਹਾਰ ਦੇ ਵਿੱਚ ਹੈ। ਸੋ ਕੰਗ ਸਾਹਿਬ ਵੀ ਇਹੀ ਕਹਿ ਰਹੇ ਹੈਗੇ ਨੇ ਵੀ ਆਪਣਾ ਈਵੀਐਮ ਮਸ਼ੀਨਾਂ ਦਾ ਸਿਸਟਮ ਬੰਦ ਹੋ 100% ਮੈਂ ਕਹਿੰਦਾ ਮਸ਼ੀਨਾਂ ਚੱਕ ਕੇ ਉਹ ਬੰਗਾਲ 'ਚ ਮਸ਼ੀਨਾਂ ਨਾਲ ਲਾਣੇ, ਸ਼ੀਸ਼ਾ ਹੁਣ ਦਿਖ ਜੂਗਾ। ਠੀਕ ਹੈ। ਹਾਂ ਰੀਸੈਂਟਲੀ ਬੰਗਾਲ ਦਾ ਹੀ ਹੈ, ਨਾ ਰੱਖਣਾ ਉੱਥੇ, ਬੜੇ ਪਪੂਲਰ ਹੈ ਮੋਦੀ ਜੀ, ਬਹੁਤ ਲੋਕ ਪਸੰਦ ਕਰਦੇ ਇਹਨਾਂ ਨੂੰ। ਨਾਲ ਹੌਸਲਾ ਕਰਨ ਬੈਲਟ ਪੇਪਰ ਤੇ, ਇਹ ਟਰਾਇਲ ਦੀ ਬੇਸ ਤੇ ਕਰਕੇ ਦੇਖ ਲੈਣ। ਬਾਕੀ ਪਰਮਾਤਮਾ ਦੇਖਦਾ ਮੋਦੀ ਜੀ, ਬਹੁਤ ਮੈਨੂੰ ਹੌਸਲਾ ਹੋਈ ਜਦ ਗੁਰਦੁਆਰਾ TV ਦੇਖਿਆ ਸੀ ਮੱਥਾ ਟੇਕ ਰਹੇ ਹੋ ਵੀ ਸ਼ਾਇਦ ਕੋਈ ਨਿਮਰਤਾ ਆ ਜੂਗੀ। ਪਰ ਮੋਦੀ ਜੀ ਮੈਂ ਨਹੀਂ ਸਮਝ ਸਕਦਾ ਵੀ ਤੁਹਾਡਾ ਟਾਰਗੇਟ ਕੀ ਹੈ। ਮੇਰੇ ਲਿਹਾਜ਼ ਟਾਰਗੇਟ ਸਿਰਫ ਅੰਬਾਨੀ ਫੈਮਿਲੀ ਆ, ਪਤਾ ਨਹੀਂ ਤੁਸੀਂ ਉਹਨੂੰ ਕਿੱਥੇ ਪਹੁੰਚਾਉਣਾ, ਇਹ ਵੀ ਕੋਈ ਪਤਾ ਨਹੀਂ। ਅੱਜ ਰਾਤ ਨੂੰ ਸੌਣਾ, ਸਵੇਰੇ ਉੱਠਣਾ ਨਹੀਂ ਹੋਣਾ, ਬਿਮਾਰੀਆਂ ਇਹੀ ਚੱਲ ਪਈਆਂ, ਕਿਉਂ ਇਸ ਗੱਲ ਦੇ ਪਿੱਛੇ ਪਏ ਹੋ? ਜ਼ਿਮੀਂਦਾਰਾਂ ਨੂੰ ਘਰ ਬੁਲਾ ਲਓ, ਲੀਡਰਾਂ ਨੂੰ, ਕੋਈ ਖੇਤੀਬਾੜੀ ਮੰਤਰੀ ਨਹੀਂ, ਕੋਈ ਪਿਊਸ਼ ਗੋਇਲ ਨਹੀਂ, ਕਿਸੇ ਨੂੰ ਭੇਜਣ ਦੀ ਲੋੜ ਨਹੀਂ, ਤੁਸੀਂ ਆਪ ਸਿੱਧੇ ਬੁਲਾ ਲਓ, ਨਾਲ ਬੁਲਾ ਲਓ ਅਮਿਤ ਸ਼ਾਹ ਜੀ ਨੂੰ, ਰਾਜਨਾਥ ਨੂੰ ਬਿਠਾ ਲਓ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਵੀ ਕਾਨੂੰਨ ਤਿੰਨੋਂ ਰੱਦ ਕਰਕੇ ਦੁਬਾਰਾ ਇਹਨਾਂ ਨੂੰ ਬੁਲਾ ਕੇ ਜੋ ਮਰਜ਼ੀ ਗੂਠੇ ਲਵਾ ਲਿਓ, ਪਰ ਹੁਣ ਇਹ ਅੜੀ ਤੁਹਾਨੂੰ ਤੋੜਨੀ ਪੈਣੀ ਹੈ, ਤੋੜਨ 'ਚ ਹੀ ਫਾਇਦਾ ਮੈਂ ਤੁਹਾਨੂੰ ਦੱਸਦਾ। ਸੋ ਅੱਜ ਗੋਰਾ ਕੰਗ ਜੀ ਨੇ ਵੀ ਇਹੀ ਮੋਦੀ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਹ ਬੜਾ ਇੱਕ ਨਾਜ਼ੁਕ ਭਰਿਆ ਸਮਾਂ ਹੈ,
ਔਰ ਬੜਾ ਲੰਬਾ ਸਮਾਂ ਹੋ ਚੁੱਕਿਆ ਇਸ ਐਜੀਟੇਸ਼ਨ ਨੂੰ ਕਿਸਾਨਾਂ ਦੇ, ਔਰ ਅੱਜ ਆਲਮੋਸਟ 3 ਕੁ ਮਹੀਨੇ ਹੋ ਚੁੱਕੇ ਆ। ਬਟ ਦਿੱਲੀ ਬਾਰਡਰ ਦੇ ਉੱਤੇ ਵੀ ਪੰਜਾਬ ਐਂਡ ਹਰਿਆਣਾ ਦੇ ਕਿਸਾਨ, ਰਾਜਸਥਾਨ ਦੇ ਵੀ ਕੋਈ ਮਹੀਨਾ ਹੋ ਚੁੱਕਿਆ ਔਰ ਕਈ ਬੰਦੇ ਮਰ ਚੁੱਕੇ ਆ, ਔਰ ਡੇਲੀ ਇਹੀ ਦਸਤੂਰ ਜਾਰੀ ਹੈ। ਔਰ ਇੰਨੀ ਠੰਡ ਪੈ ਰਹੀ ਹੈ। ਸੋ ਗੋਰਾ ਕੰਗ ਜੀ ਨੇ ਵੀ ਜੋ ਕਿ ਇੱਕ ਬਹੁਤ ਹੀ ਮੌਤਬਾਰ ਐਂਡ ਸੁਲਝੇ ਹੋਏ ਇਨਸਾਨ ਨੇ, ਤੇ ਅੱਜ 70 ਸਾਲ ਦੀ ਉਮਰ ਦੇ, ਮੇਰਾ ਖਿਆਲ 67 ਸਾਲ ਦੀ ਉਮਰ 'ਚ ਹੈ। ਸੋ ਇਹਨਾਂ ਨੇ ਵੀ ਆਪ ਜੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਹੈ। ਉਹਨਾਂ ਨੇ ਬੜੇ ਇੱਕ ਮਤਲਬ ਪਿਆਰ ਭਰੇ ਅੰਦਾਜ਼ 'ਚ ਵੀ ਕਿਹਾ ਕਿ ਨਹੀਂ ਤਾਂ ਫਿਰ ਅਸੀਂ ਮੋਦੀ ਸਾਹਿਬ ਦੀ ਮਾਤਾ ਜੀ ਨੂੰ ਜਾ ਕੇ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਸਮਝਾਓ। ਸੋ ਇਹਨਾਂ ਦੇ ਵੱਲੋਂ ਵੀ ਇਹੀ ਅਪੀਲ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ, ਕਿਉਂਕਿ ਸਾਰਿਆਂ ਨੂੰ ਤੁਹਾਨੂੰ ਮੈਂਡੇਟ ਦੇ ਕੇ ਚੁਣ ਕੇ ਲਿਆਂਦਾ ਸੀ, ਅਸੀਂ ਵੀ ਸਾਰੇ ਤੁਹਾਡੇ ਨਾਲ ਹੀ ਖੜੇ ਸੀਗੇ। ਬਟ ਹੁਣ ਜੋ ਸਾਰੇ ਮਤਲਬ ਮੈਜੋਰਟੀ ਲੋਕਾਂ ਦੀ ਜਿਹੜੀ ਅਪੀਲ ਇਹੀ ਹੈ ਕਿ ਫਿਲਹਾਲ ਜੋ ਹੈ ਲੋਕਾਂ ਦੀ ਭਲਾਈ ਵਾਸਤੇ, ਸਾਡੇ ਸਾਰਿਆਂ ਦੀ ਭਲਾਈ ਵਾਸਤੇ, ਬੀਜੇਪੀ ਪਾਰਟੀ ਦੀ ਵੀ ਭਲਾਈ ਹੈ ਇਹਦੇ ਵਿੱਚ, ਕੋਈ ਇਕੱਲੇ ਕਿਸੇ ਸਾਡੀ ਨਹੀਂ ਹੈ, ਕਿ ਸਾਰੇ ਖਿਲਾਫ ਹੋਏ ਪਏ ਇਸ ਟਾਈਮ, ਤੇ ਇਹਨੂੰ ਵਾਪਸ ਲਿਆ ਜਾਏ ਜਿਸ ਤਰ੍ਹਾਂ ਕੰਗ ਸਾਹਿਬ ਨੇ ਕਿਹਾ। ਹੋਰ ਵੀ ਵੱਡੇ ਵੱਡੇ ਇਸ ਟਾਈਮ ਪੋਲੀਟੀਕਲ ਪਾਰਟੀਆਂ ਦੇ ਲੀਡਰ, ਈਵਨ ਜੱਜ ਸਾਹਿਬ ਵੀ ਆ ਗਏ ਨੇ, ਐਡਵੋਕੇਟਸ ਵੀ ਇਸ ਆ ਚੁੱਕੇ ਨੇ ਇਸ ਮੁਹਿੰਮ ਦੇ ਵਿੱਚ, ਤੇ ਇਹ ਜਿਹੜੇ ਕਾਨੂੰਨ ਵਾਪਸ ਲੈਣੇ ਬੰਦੇ ਨੇ।